ਜੀ ਬੱਚੇ ਜਦੋਂ ਫਿਰ 1991-2 ਦੇ ਸਾਲਾਂ ਦੇ ਵਿੱਚ ਜਿਹੜਾ ਕੋਲਡ ਵਾਰ ਖ਼ਤਮ ਹੋ ਗਿਆ, ਠੀਕ ਹੈ। ਕੋਲਡ ਵਾਰ ਜਿਹੜਾ ਉਹ ਖ਼ਤਮ ਹੋ ਗਿਆ, ਠੀਕ ਹੈ। ਤਾਂ ਕੀ ਹੋਇਆ ਕਿ USSR ਦਾ ਵਿਘਟਨ ਵੀ ਇਹਦੇ ਨਾਲ ਹੀ ਹੋ ਗਿਆ, ਕਿਉਂਕਿ USSR ਦਾ ਵਿਘਟਨ ਹੋਇਆ ਸੀ ਤਾਂ ਹੀ ਜਿਹੜੀ USA ਅਤੇ USSR ਦੇ ਵਿੱਚ ਜਿਹੜੀ ਕੋਲਡ ਵਾਰ ਚੱਲ ਰਹੀ ਸੀਗੀ, ਹੈ ਨਾ। ਕੋਲਡ ਵਾਰ ਚੱਲ ਰਹੀ ਸੀਗੀ ਨਾ, ਉਹ ਵੀ ਜਿਹੜੀ ਉਹ ख़त्म हो गई सी, ठीक है। ਉਹਦਾ ਐਂਡ ਆਫ ਕੋਲਡ ਵਾਰ ਇਹਨੂੰ ਕਿਹਾ ਜਾਂਦਾ ਹੈ ਇਸ ਟਾਈਮ ਨੂੰ, ਠੀਕ ਹੈ। ਸੋ ਇਹਦੇ ਨਾਲ ਹੀ ਕੀ ਕਿ ਅੰਤਰਰਾਸ਼ਟਰੀ ਸਿਸਟਮ ਦੇ ਵਿੱਚ ਜਿੱਥੇ ਪਹਿਲਾਂ USSR ਸੀਗਾ, USSR ਤਾਂ ख़त्म ਹੋ ਗਿਆ, ਹੈ ਨਾ। ਸੋ ਇੰਟਰਨੈਸ਼ਨਲ ਸਿਸਟਮ ਦੇ ਵਿੱਚ ਇੱਕੋ ਇੱਕ ਸ਼ਕਤੀ ਕੇਂਦਰ ਬਚ ਗਿਆ ਜਿਹੜਾ ਕੌਣ ਸੀਗਾ, USA ਸੀਗਾ, ਅਮਰੀਕਾ ਸੀਗਾ, ਠੀਕ ਹੈ। ਇੱਕੋ ਇੱਕ ਸ਼ਕਤੀ ਕੇਂਦਰ ਬਚ ਜਾਣਾ ਮਤਲਬ ਜਦੋਂ ਇੱਕੋ ਇੱਕ ਕੇਂਦਰ ਹੋਵੇ ਉਸ ਵਿਵਸਥਾ ਨੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਕੀ ਕਹਿੰਦੇ ਆਪਾਂ, ਇੱਕੋ ਇੱਕ ਸ਼ਕਤੀ ਕੇਂਦਰ ਦੀ ਹੋਂਦ ਨੂੰ ਉਹਨੂੰ ਆਪਾਂ ਕਹਿੰਦੇ ਹਾਂ ਯੂਨੀਪੋਲਰ ਸਿਸਟਮ ਜਾਂ ਇੱਕ ਧਰੂਵੀ ਵਿਵਸਥਾ, ਠੀਕ ਹੈ। ਇਹ ਕਾਲ ਜਿਹੜਾ ਇੱਕ ਧਰੂਵੀ ਵਿਵਸਥਾ ਵਾਲਾ ਸਾਬਿਤ ਹੋਇਆ, ਠੀਕ ਹੈ। ਹੌਲੀ ਹੌਲੀ ਕੀ ਆਪਾਂ ਨੂੰ ਪਤਾ ਲੱਗਿਆ ਕਿ ਜਿਹੜਾ ਅਮਰੀਕਾ ਸੀ ਉਹਦਾ ਪੋਲੀਟੀਕਲ ਇੰਸਟੀਟਿਊਸ਼ਨਸ ਹੋਣ ਚਾਹੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਠੀਕ ਹੈ, ਇੰਸਟੀਟਿਊਸ਼ਨਸ ਹੋਣ ਚਾਹੇ ਜਿਹੜੇ ਇਕੋਨਮਿਕ ਇੰਸਟੀਟਿਊਸ਼ਨਸ ਹੋਣ, ਠੀਕ ਹੈ, ਚਾਹੇ ਉਹ ਜਿਹੜੀਆਂ ਰਾਜਨੀਤਿਕ ਸੰਸਥਾਵਾਂ ਹੋਣ ਅੰਤਰਰਾਸ਼ਟਰੀ ਪੱਧਰ 'ਤੇ, ਚਾਹੇ ਉਹ ਜਿਹੜੀਆਂ ਆਰਥਿਕ IMF ਵਰਲਡ ਬੈਂਕ ਵਰਗੀਆਂ ਜਿਹੜੀਆਂ ਆਰਥਿਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਪੱਧਰ ਦੀਆਂ, ਠੀਕ ਹੈ, ਉਹ ਹੋਣ। ਅਤੇ ਇਹਨਾਂ ਦੇ ਉੱਤੇ ਕਿਹਦਾ ਪ੍ਰਭੁੱਤਵ ਦੇਖਣ ਨੂੰ ਮਿਲਿਆ, ਅਮਰੀਕਾ ਨੂੰ। ਆਪਾਂ ਪੜ੍ਹਿਆ ਸੀ ਨਾ, ਅਮਰੀਕਾ ਦੀ ਸਰਦਾਰੀ ਜਿਹੜੀ ਉਹ ਕਾਇਮ ਹੋ ਗਈ ਸੀ ਇੰਟਰਨੈਸ਼ਨਲ ਜਿਹੜਾ ਸਿਸਟਮ ਸੀਗਾ ਉਹਦੇ ਉੱਤੇ, ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਇਹਦੀ ਜਿਹੜੀ ਭੂਮਿਕਾ ਬਹੁਤ ਸਰਗਰਮ ਹੋ ਗਈ ਸੀ। ਬਟ ਹੌਲੀ ਹੌਲੀ ਕੀ ਹੋਇਆ ਵਿਦ ਦ ਟਾਈਮ ਆਫ ਚੇਂਜ, ਜਿਹੜੇ ਬਾਕੀ ਕੰਟਰੀਜ਼ ਸੀਗੀਆਂ, ਠੀਕ ਆ, ਜਿਹੜੇ ਬਾਕੀ ਦੇਸ਼ ਸੀਗੇ, ਚਾਹੇ ਉਹ ਇੰਡੀਆ ਸੀ, ਠੀਕ ਹੈ, ਚਾਹੇ ਉਹ ਰਸ਼ੀਆ ਸੀ USSR ਦੇ ਟੁੱਟਣ ਤੋਂ ਬਾਅਦ, ਠੀਕ ਹੈ, ਚਾਹੇ ਉਹ ਚਾਈਨਾ ਸੀ, ਚਾਹੇ ਉਹ ਜਾਪਾਨ ਵਰਗੇ ਕੰਟਰੀਜ਼ ਸੀਗੀਆਂ, ਠੀਕ ਹੈ। ਉਹਨਾਂ ਨੇ ਕੀ ਕੀਤਾ, ਖੁਦ ਦੀ ਡਿਵੈਲਪਮੈਂਟ ਜਿਹੜੀ ਉਹ ਕਰਨੀ ਸਟਾਰਟ ਕਰਤੀ, ਉਹ ਡਿਵੈਲਪ ਹੋਣੇ ਸ਼ੁਰੂ ਹੋ ਗਏ, ਠੀਕ ਹੈ। ਉਹਨਾਂ ਦੀ ਡਿਵੈਲਪਮੈਂਟ ਸਟਾਰਟ ਹੋਣੀ ਹੋ ਗਈ। ਜੇ ਆਪਾਂ ਇੰਡੀਆ ਅਤੇ ਚਾਈਨਾ ਦੀ ਗੱਲ ਕਰੀਏ, ਠੀਕ ਹੈ, ਇੰਡੀਆ ਚਾਈਨਾ ਜਿਹੜੀਆਂ ਉਹ ਤੇਜ਼ੀ ਦੇ ਨਾਲ ਗਰੋਇੰਗ ਜਿਹੜੀਆਂ ਇਕੋਨਮਿਕਸ ਇਹਨਾਂ ਨੂੰ ਕਿਹਾ ਜਾਂਦਾ, ਠੀਕ ਹੈ, ਗਰੋਇੰਗ ਇਕੋਨਮੀਜ਼ ਬਹੁਤ ਵੱਡੀਆਂ ਜਿਹੜੀਆਂ ਆਰਥਿਕ ਸ਼ਕਤੀਆਂ ਦੇ ਰੂਪ ਦੇ ਵਿੱਚ ਇੰਡੀਆ ਅਤੇ ਚਾਈਨਾ ਜਿਹੜੇ ਉਹ ਉੱਭਰ ਰਹੇ ਨੇ ਅੱਜ ਦੇ ਵਰਲਡ ਦੇ ਵਿੱਚ ਵੀ, ਠੀਕ ਹੈ। ਸੋ ਕੀ ਹੋਇਆ ਕਿ ਹੌਲੀ ਹੌਲੀ ਜਿਹੜਾ ਇੰਟਰਨੈਸ਼ਨਲ ਸਿਸਟਮ ਹੈ, ਆਪਾਂ ਨੂੰ ਪਤਾ ਪਹਿਲਾਂ ਉੱਥੇ ਸਿਰਫ ਅਮਰੀਕਾ ਸੀ, ਹੁਣ ਉੱਥੇ ਹੋਰ ਵੀ ਜਿਹੜੀਆਂ ਸ਼ਕਤੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ, ਠੀਕ ਹੈ। ਹੋਰ ਸ਼ਕਤੀਆਂ ਦੇ ਵਿੱਚ ਬੱਚੇ ਜਿਹੜਾ ਕਈ ਸਾਰੀਆਂ ਸ਼ਕਤੀਆਂ ਸੀ ਜਿਨ੍ਹਾਂ ਦੇ ਵਿੱਚ ਮੈਂ ਨਾਂ ਲੈ ਚੁੱਕਾ, ਇੰਡੀਆ, ਰਸ਼ੀਆ, ਚਾਈਨਾ, ਜਾਪਾਨ। ਅਤੇ ਹੌਲੀ ਹੌਲੀ ਇੰਟਰਨੈਸ਼ਨਲ ਸਿਸਟਮ, ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ, ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਵੀ ਇਹਨਾਂ ਦੀ ਭੂਮਿਕਾ ਜਿਹੜੀ ਉਹ ਸਰਗਰਮ ਹੋਣ ਲੱਗੀ, ਹੈ ਨਾ। ਅਤੇ ਹੌਲੀ ਹੌਲੀ ਅਮਰੀਕਾ ਦੇ ਨਾਲ ਨਾਲ ਹੋਰ ਕੰਟਰੀਜ਼ ਵੀ ਜਿਹੜੀਆਂ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣਾ ਜਿਹੜਾ ਉਹ ਸਥਿਤੀ ਨੂੰ ਮਜ਼ਬੂਤ ਬਣਾਉਣਾ ਸ਼ੁਰੂ ਕਰ ਦਿੱਤਾ। ਸਥਿਤੀ ਨੂੰ ਕੀ ਕਰਨਾ, ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ, ਸਥਿਤੀ ਨੂੰ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਸੋ ਇਹਦੇ ਪਿੱਛੇ ਕਈ ਸਾਰੇ ਰੀਜ਼ਨਸ ਜਿਹੜੇ ਦੇਖਣ ਨੂੰ ਮਿਲਦੇ ਨੇ ਆਪਾਂ ਨੂੰ, ਠੀਕ ਹੈ। ਉਹ ਰੀਜ਼ਨਸ ਕਿਹੜੇ ਨੇ ਬੱਚੇ? ਪਹਿਲੀ ਗੱਲ ਤਾਂ ਇਹ ਕਿ ਜਿਹੜੀਆਂ ਇਹ ਕੰਟਰੀ ਸੀ ਇਹਨਾਂ ਨੇ ਖੁਦ ਨੂੰ ਪੋਲੀਟੀਕਲੀ ਡਿਵੈਲਪ ਕੀਤਾ, ਠੀਕ ਹੈ। ਰਾਜਨੀਤਿਕ ਤੌਰ ਦੇ ਉੱਤੇ ਖੁਦ ਨੂੰ ਡਿਵੈਲਪ ਕੀਤਾ, ਠੀਕ ਹੈ। ਪੋਲੀਟੀਕਲੀ ਡਿਵੈਲਪ ਕਰਨ ਤੋਂ ਭਾਵ ਬੱਚੇ ਕਿ ਇਹਨਾਂ ਨੇ ਖੁਦ ਨੂੰ ਰਾਜਨੀਤਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ। ਖੁਦ ਦੀਆਂ ਜਿਹੜੀਆਂ ਇਹਨਾਂ ਦੀਆਂ ਪੋਲੀਟੀਕਲ ਇੰਸਟੀਟਿਊਸ਼ਨ ਸੀਗੇ, ਰਾਜਨੀਤਿਕ ਸੰਸਥਾਵਾਂ ਸੀਗੀਆਂ ਉਹਨਾਂ ਦੇਸ਼ਾਂ ਦੇ ਵਿੱਚ, ਠੀਕ ਹੈ, ਉਹਨਾਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ। ਵਧੀਆ ਤਰੀਕੇ ਦੇ ਜਿਹੜੀਆਂ ਵਿਵਸਥਾਵਾਂ ਉਹ ਪ੍ਰਸ਼ਾਸਨਿਕ ਤੌਰ ਦੇ ਉੱਤੇ ਕੀਤੀਆਂ ਗਈਆਂ। ਦੂਜਾ ਇਹ ਸੀ ਕਿ ਇਹਨਾਂ ਦੀ ਜਿਹੜੀ ਇਕੋਨਮਿਕ ਸਥਿਤੀ ਸੀਗੀ, ਠੀਕ ਹੈ, ਇਕੋਨਮਿਕ ਸਿਚੁਏਸ਼ਨ ਸੀਗੀ, ਉਹ ਵੀ ਜਿਹੜੀ ਪਹਿਲਾਂ ਨਾਲੋਂ ਡਿਵੈਲਪ ਹੋਣੀ ਸ਼ੁਰੂ ਹੋ ਗਈ, ਠੀਕ ਹੈ। ਇਹਨਾਂ ਨੇ ਮਿਹਨਤ ਕੀਤੀ ਅਤੇ ਖੁਦ ਨੂੰ ਆਰਥਿਕ ਤੌਰ 'ਤੇ ਕੀ ਕੀਤਾ, ਮਜ਼ਬੂਤ ਕੀਤਾ, ਠੀਕ ਹੈ, ਆਰਥਿਕ ਤੌਰ 'ਤੇ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇਹਨਾਂ ਦੇਸ਼ਾਂ ਦੇ ਵਿੱਚ ਟੈਕਨੋਲੋਜੀ, ਠੀਕ ਹੈ, ਟੈਕਨੀਕਲ ਹੋ ਗਈ, ਠੀਕ ਹੈ, ਅਤੇ ਇਨਫੋਰਮੇਸ਼ਨ ਟੈਕਨੋਲੋਜੀਜ਼ ਜਿਹੜੀਆਂ ਵੀ ਨਵੀਆਂ ਉੱਭਰ ਰਹੀਆਂ ਟੈਕਨੋਲੋਜੀ ਸੀਗੀਆਂ ਤਕਨੀਕੀ ਤੌਰ ਦੇ ਉੱਤੇ, ਠੀਕ ਹੈ, ਤਕਨੀਕੀ ਤੌਰ ਦੇ ਉੱਤੇ ਜਿਹੜਾ ਖੁਦ ਨੂੰ ਡਿਵੈਲਪ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਤਕਨੀਕੀ ਤੌਰ 'ਤੇ ਡਿਵੈਲਪ ਵੀ ਹੋਏ ਆ, ਇਸੇ ਕਰਕੇ ਇਹ ਜਿਹੜੇ ਮਹਾਸ਼ਕਤੀਆਂ ਦੇ ਵਜੋਂ ਜਾਂ ਹੁਣ ਬਹੁਤ ਵੱਡੀਆਂ ਪਾਵਰਸ ਦੇ ਰੂਪ ਦੇ ਵਿੱਚ ਉੱਭਰ ਰਹੀਆਂ ਹਨ। ਇਸੇ ਤਰ੍ਹਾਂ ਹੋਰ ਵੀ ਜਿਹੜੇ ਕਈ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਆਪਣੇ ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਇਹਨਾਂ ਦੀ ਭੂਮਿਕਾ ਜਿਹੜੀ ਹੈ, ਠੀਕ ਹੈ, ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਜਿਹੜੀ ਇਹਨਾਂ ਦੀ ਭੂਮਿਕਾ ਹੈ ਉਹ ਵੀ ਪਹਿਲਾਂ ਤੋਂ ਜ਼ਿਆਦਾ ਜਿਹੜੀ ਉਹ ਮਹੱਤਵਪੂਰਨ ਹੋ ਗਈ, ਠੀਕ ਹੈ, ਪਹਿਲਾਂ ਤੋਂ ਜ਼ਿਆਦਾ ਮਹੱਤਵਪੂਰਨ ਜਿਹੜੀ ਭੂਮਿਕਾ ਇਹਨਾਂ ਦੀ ਦੇਖਣ ਨੂੰ ਮਿਲੀ ਆਪਾਂ ਨੂੰ, ਠੀਕ ਹੈ ਬੱਚੇ। ਉਸ ਤੋਂ ਬਾਅਦ ਕਈ ਹੋਰ ਵੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ, ਠੀਕ ਹੈ। ਅਤੇ ਜਿਵੇਂ ਜਿਹੜੇ ਨਵੇਂ ਕੰਟਰੀਜ਼ ਸੀਗੀਆਂ, ਹੈ ਨਾ, ਉਹਨਾਂ ਨੇ ਆਪਸ ਦੇ ਵਿੱਚ ਜਿਹੜੀਆਂ ਉਹ ਰੀਜਨਲ ਕੋਆਪਰੇਸ਼ਨ, ਠੀਕ ਹੈ, ਕੋਆਪਰੇਸ਼ਨ ਕਰਨੀ ਸ਼ੁਰੂ ਕਰ ਦਿੱਤੀ, ਠੀਕ ਹੈ।
ਖੇਤਰੀ ਸਹਿਯੋਗ ਜਿਹਨੂੰ ਆਪਾਂ ਕਹਿੰਦੇ ਹਾਂ, ਠੀਕ ਹੈ, ਖੇਤਰੀ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਕੀ ਹੋਇਆ, ਇਹ ਕੰਟਰੀਜ਼ ਜਿਹੜੀਆਂ ਆਪਸ ਦੇ ਵਿੱਚ ਕੋਆਪਰੇਟ ਕਰਨ ਲੱਗੀਆਂ। ਜਿਵੇਂ ਮੰਨ ਕੇ ਚੱਲੋ ਜਿਹੜਾ USSR ਦੇ ਵਿਘਟਨ ਤੋਂ ਬਾਅਦ ਰਸ਼ੀਆ ਹੈ, ਠੀਕ ਹੈ, ਰਸ਼ੀਆ ਨੇ ਕਈ ਕੰਟਰੀਜ਼ ਦੇ ਨਾਲ ਜਿਹੜਾ ਆਪਣਾ ਤਾਲ ਮੇਲ ਬਿਠਾਉਣਾ ਸ਼ੁਰੂ ਕਰ ਦਿੱਤਾ, ਚਾਹੇ ਉਹ ਚਾਈਨਾ ਹੋਵੇ, ਚਾਹੇ ਉਹ ਇੰਡੀਆ ਹੋਵੇ, ਠੀਕ ਹੈ। ਇਹਦੇ ਨਾਲ ਕੀ ਇਹਨਾਂ ਦੇ ਵਿੱਚ ਕੋਆਪਰੇਸ਼ਨ ਹੋਣੀ ਸ਼ੁਰੂ ਹੋ ਗਈ, ਠੀਕ ਹੈ। ਕੋਆਪਰੇਸ਼ਨ ਮਤਲਬ ਤਾਲਮੇਲ, ਇੱਕ ਦੂਜੇ ਦਾ ਸਹਿਯੋਗ ਇਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਨਾਲ ਇਹ ਸਾਰੇ ਤਿੰਨੇ ਹੀ ਪੱਖ ਜਿਹੜੇ ਸੀਗੇ, ਠੀਕ ਹੈ, ਜਾਂ ਹੋਰ ਵੀ ਜਿਹੜੀਆਂ ਕੰਟਰੀਜ਼ ਦੇ ਜਿਹੜੇ ਸਹਿਯੋਗ ਸੰਗਠਨ ਬਣੇ ਸੀਗੇ, ਠੀਕ ਹੈ, ਉਹ ਆਪਸ ਦੇ ਵਿੱਚ ਗਰੋ ਕਰਨ ਲੱਗੇ, ਇਕੱਠੇ ਰਲ ਮਿਲ ਕੇ, ਠੀਕ ਹੈ, ਇਕੱਲੇ ਨਹੀਂ। USA ਜਿਹੜਾ ਸੀ ਉਹਦੀ ਸਥਿਤੀ ਵੀ ਹੌਲੀ ਹੌਲੀ ਜਿਹੜੀ ਅੰਤਰਰਾਸ਼ਟਰੀ ਸੰਗਠਨਾਂ ਦੇ ਵਿੱਚ ਜਿਹੜੀ ਆਪਾਂ ਮੰਨਦੇ ਹਾਂ ਕਿ ਅੱਜ ਵੀ ਜਿਹੜਾ USA ਹੈ ਉਹਦੀ ਸਥਿਤੀ ਬਹੁਤ ਮਜ਼ਬੂਤ ਹੈ, ਪਰ ਹੋਰ ਵੀ ਜਿਹੜੀਆਂ ਕੰਟਰੀਜ਼ ਨੇ ਉਹ ਦਾਅਵੇਦਾਰ ਬਣ ਰਹੀਆਂ ਨੇ, ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੀਆਂ ਨੇ। ਇਹੀ ਆਪਣਾ ਮੇਨ ਕੁਐਸਚਨ ਹੈ ਇੱਥੇ, ਠੀਕ ਹੈ। ਅਤੇ ਇਹਦੇ ਜਿਹੜੇ ਰੀਜ਼ਨਸ ਨੇ ਜੇ ਕਹੋਗੇ ਤਾਂ ਮੈਂ ਤੁਹਾਨੂੰ ਭੇਜ ਦੂੰਗਾ ਕਿਹੜੇ ਕਿਹੜੇ, ਠੀਕ ਹੈ। ਇਹਦੇ ਵਿੱਚੋਂ ਪੁਆਇੰਟਸ ਜਿਹੜੇ ਤੁਸੀਂ ਖੁਦ ਕੱਢ ਲੈਣੇ ਨੇ, ਮੈਂ ਤੁਹਾਨੂੰ ਜਿਹੜੀਆਂ ਫੋਟੋਜ਼ ਭੇਜੂੰਗਾ। ਅਦਰਵਾਈਜ਼ ਅਗਰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ, ਅਗਰ ਤੁਹਾਨੂੰ ਕੋਈ ਡਾਊਟ ਲੱਗਿਆ ਤਾਂ। ਅੱਜ ਜਿਹੜਾ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਹਿਸਟੋਰੀਕਲ ਰਿਵਿਊ ਵੀ ਦਿੱਤਾ ਪੂਰੇ ਦੇ ਪੂਰੇ ਚੈਪਟਰ ਦਾ, ਕਿਵੇਂ ਜਿਹੜੀ ਸਥਿਤੀ ਪਹਿਲਾਂ ਬਾਈਪੋਲਰ ਸੀ, ਫਿਰ ਯੂਨੀਪੋਲਰ ਬਣੀ ਅਤੇ ਹੁਣ ਮਲਟੀਪੋਲੈਰਿਟੀ ਵੱਲ ਜਾ ਰਹੀ ਹੈ, ਠੀਕ ਹੈ। ਸੋ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਡਿਵੈਲਪਮੈਂਟ ਹੋਈ, ਇਹਨਾਂ ਨੇ ਸ਼ਕਤੀ ਕੇਂਦਰਾਂ ਦੀ ਸਥਾਪਨਾ ਕੀਤੀ, ਠੀਕ ਹੈ। ਸ਼ਕਤੀ ਕੇਂਦਰ ਜਿਹੜੇ ਬਹੁਤ ਸਾਰੇ ਆਪਣੇ ਕੋਲੇ ਉੱਭਰ ਕੇ ਆ ਗਏ, ਉਹਨਾਂ ਸ਼ਕਤੀ ਕੇਂਦਰਾਂ ਦੇ ਵਿੱਚ ਹੁਣ ਜਿਹੜਾ ਇੰਟਰਨੈਸ਼ਨਲ ਸਿਸਟਮ ਸੀਗਾ ਉਹਦੇ ਵਿੱਚ ਇਕੱਲਾ ਅਮਰੀਕਾ ਹੀ ਨਹੀਂ, ਅਮਰੀਕਾ ਦੇ ਨਾਲ ਇੰਡੀਆ ਵਰਗੇ, ਚਾਈਨਾ ਵਰਗੇ, ਰਸ਼ੀਆ ਵਰਗੇ ਹੋਰ ਵੀ ਦੇਸ਼ ਜਿਹੜੇ ਉਹ ਆਪਣੀ ਭੂਮਿਕਾ ਜਿਹੜੀ ਉਹ ਮਹੱਤਵਪੂਰਨ ਨਿਭਾਉਣ ਲੱਗੇ ਅੰਤਰਰਾਸ਼ਟਰੀ ਵਿਵਸਥਾ ਦੇ ਵਿੱਚ। ਸੋ ਇਹ ਸੀ ਬੱਚੇ ਅੰਤਰਰਾਸ਼ਟਰੀ ਵਿਵਸਥਾ ਜਿਹੜੀ 21ਵੀਂ ਸਦੀ ਦੀ ਹੈ, ਉਹਦਾ ਬਹੁ ਕੇਂਦਰਵਾਦ ਵੱਲ ਝੁਕਾਅ, ਠੀਕ ਹੈ। ਅੱਜ ਜਿਹੜੀ ਆਪਾਂ ਸਿੱਟੇ ਦੇ ਵਿੱਚ ਕਹਿ ਸਕਦੇ ਹਾਂ ਕਿ ਜਿਹੜੀ ਸਥਿਤੀ ਆ, ਆਪਾਂ ਮੰਨ ਸਕਦੇ ਹਾਂ ਕਿ ਅਮਰੀਕਾ ਦੀ ਮੌਜੂਦ ਹੈ, ਬਟ ਉਸ ਦੇ ਨਾਲ ਹੀ ਹੋਰ ਜਿਹੜੀਆਂ ਕੰਟਰੀਜ਼ ਨੇ ਉਹ ਵੀ ਅੰਤਰਰਾਸ਼ਟਰੀ ਵਿਵਸਥਾ ਦੇ ਵਿੱਚ, ਅੰਤਰਰਾਸ਼ਟਰੀ ਸੰਬੰਧਾਂ ਦੇ ਵਿੱਚ ਆਪਣੀ ਜਿਹੜੀ ਮਹੱਤਵਪੂਰਨ ਭੂਮਿਕਾ ਨੇ ਉਹਨੂੰ ਨਿਭਾ ਰਹੀਆਂ ਨੇ, ਠੀਕ ਹੈ ਬੱਚੇ। ਸੋ ਆਪਣਾ ਧਿਆਨ ਰੱਖਣਾ ਅਤੇ ਇਹ ਵਾਲਾ ਟੌਪਿਕ ਤੁਸੀਂ ਕੰਪਲੀਟ ਕਰ ਲਿਓ, ਠੀਕ ਹੈ ਬੱਚੇ। ਅਤੇ ਮੈਂ ਤੁਹਾਨੂੰ ਫੋਟੋਜ਼ ਜਿਹੜੀਆਂ ਉਹ ਬੁੱਕ ਦੇ ਵਿੱਚੋਂ ਭੇਜ ਦਿੰਦਾ। ਅਗਰ ਬੁੱਕ ਰੈਫਰੈਂਸ ਲੈਣੀ ਹੈ ਤਾਂ UR ਘਈ ਦੀ ਆਪਣੀ MA 1 ਦੀ ਜਿਹੜੀ ਸਬਜੈਕਟ ਦੀ ਬੁੱਕ ਹੈ ਉਹਦੇ 'ਚੋਂ ਰੈਫਰੈਂਸ ਲੈ ਸਕਦੇ ਹੋ, ਠੀਕ ਹੈ ਬੇਟਾ। ਹੈਵ ਅ ਨਾਈਸ ਡੇ।